ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਰੰਪਾਰ ਕਿਰਪਾ ਦਾ ਸਦਕਾ ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕੇ ਆਪਾਂ ਰੱਬੀ ਬਾਣੀ ਇਲਾਹੀ ਬਾਣੀ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਸੋ ਗੁਰਬਾਣੀ ਦੀ ਵਿਚਾਰ ਕਰਨ ਦੀ ਜ਼ਰੂਰਤ ਕਿਉਂ ਹੈ? ਕਿਉਂਕਿ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ ਜਿਤਰ ਸ਼ਬਦ ਨਾ ਕਰੇ ਵਿਚਾਰ। ਇਹ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਹੈ, ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਔਰ ਉਸ ਪਰਮਾਤਮਾ ਦੀ ਸ਼ਬਦ ਦੇ ਜ਼ਰੀਏ ਉਸ ਵਾਹਿਗੁਰੂ ਜੀ ਦੀ ਉਸਤਤ ਕਰਨੀ ਔਰ ਉਸ ਮਾਲਕ ਦੇ ਗੁਣਾਂ ਨੂੰ ਗਾਉਣਾ। ਇਹ ਕੀ ਹੈ? ਪਰਮਾਤਮਾ ਦੀ ਬੰਦਗੀ ਹੈ। ਸਤਿਗੁਰੂ ਜੀ ਗੁਰਬਾਣੀ ਅੰਦਰ ਸਾਨੂੰ ਸਮਝਾਉਂਦੇ ਨੇ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਅਵਸਰ ਬੀਤਿਓ ਜਾਤ ਹੈ, ਸਮਾਂ ਬਤੀਤ ਹੁੰਦਾ ਜਾਂਦਾ ਹੈ, ਉਮਰ ਘਟਦੀ ਜਾਂਦੀ ਹੈ। ਇਸ ਕਰਕੇ ਪਰਮਾਤਮਾ ਦਾ ਹਰ ਜਸ ਜਿਹੜਾ ਹੈ ਉਹਨੂੰ ਗਾ ਲੈ, ਜਿਹਨੇ ਤੇਰਾ ਸੰਗ ਸਹਾਈ ਹੋਣਾ ਹੈ। ਮੰਨਦੇ ਹਾਂ ਕਿ ਇਹ ਸੰਸਾਰ ਦੇ ਅੰਦਰ ਧਨ ਦੌਲਤ ਦੀ ਜ਼ਰੂਰਤ ਹੈ, ਨਹੀਂ ਸਰਦਾ ਇਹਦੇ ਬਿਨਾਂ, ਪਰ ਇਹਦੇ ਵਿੱਚੋਂ ਕੁਝ ਵੀ ਨਾਲ ਜਾਣ ਵਾਲਾ ਸਾਡੇ ਨਹੀਂ ਹੈ। ਇੱਥੋਂ ਤੱਕ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਜਾਗ ਲਿਓ ਰੇ ਮਨਾ, ਜਾਗ ਲਿਓ ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਸਤਿਗੁਰੂ ਜੀ ਕਹਿੰਦੇ ਨੇ, ਗਾਫਲਤਾ ਦੀ ਨੀਂਦ ਦੇ ਵਿੱਚ ਤੂੰ ਸੁੱਤਾ ਹੋਇਆ ਹੈ, ਬੇਫਿਕਰ ਹੋ ਕੇ ਦੁਨੀਆ ਦੇ ਵਿੱਚ ਚੱਲ ਰਿਹਾ ਹੈ। ਜਾਗ, ਕਹਾ ਗਾਫਲ ਸੋਇਆ। ਸਤਿਗੁਰੂ ਜੀ ਕਹਿੰਦੇ ਕਿਸੇ ਹੋਰ ਵਸਤੂ ਦੀ ਗੱਲ ਕੀ ਕਰੀਏ, ਧਨ ਦੌਲਤ ਜ਼ਮੀਨ ਜਾਇਦਾਦ ਘਰ ਘਾਟ ਅਹੁਦੇ ਰੁਤਬੇ, ਇਹ ਕੀ ਹੈ? ਇਹ ਤਾਂ ਨਾਲ ਜਾਣ ਦੇ ਬੜੇ ਦੂਰ ਰਹਿ ਗਏ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਸਾਡੇ ਨਾਲ ਦੁਨੀਆ ਦੇ ਵਿੱਚ ਆਇਆ ਹੈ, ਇਹਨੇ ਵੀ ਸਾਡੇ ਨਾਲ ਨਹੀਂ ਜਾਣਾ। ਹੋਰ ਕਿਸੇ ਵਸਤੂ ਦੀ ਤਾਂ ਬੜੀ ਦੂਰ ਦੀ ਗੱਲ ਹੈ। ਨਾਲ ਕੀ ਜਾਣਾ ਹੈ? ਸਾਡੀ ਆਤਮਾ ਦੇ ਨਾਲ ਕੀ ਜਾਏਗਾ? ਪਰਮਾਤਮਾ ਦਾ ਨਾਮ, ਪੜ੍ਹੀ ਹੋਈ ਗੁਰਬਾਣੀ, ਸੁਣੀ ਹੋਈ ਗੁਰਬਾਣੀ, ਪਰਮਾਤਮਾ ਦੀ ਕੀਤੀ ਹੋਈ ਉਸਤਤ ਜਿਹੜੀ ਹੈ ਉਹ ਸਾਡੇ ਨਾਲ ਜਾਵੇਗੀ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਗੁਰਬਾਣੀ ਦੇ ਅੰਦਰ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਤਿਗੁਰੂ ਜੀ ਕਹਿੰਦੇ, ਉਹ ਮੇਰਿਆ ਮਨਾ ਪਰਮਾਤਮਾ ਦੀ ਸਿਫਤ ਸਲਾਹ ਕਰ, ਪਰ ਚੇਤਾ ਰੱਖੀ ਜਿਵੇਂ ਬਾਹਰੋਂ ਬੋਲਦਾ ਉਵੇਂ ਅੰਦਰੋਂ ਪਰਮਾਤਮਾ ਦੀ ਉਸਤਤ ਕਰੀ। ਮਨ ਚਿੱਤ ਲਾ ਕੇ ਪਰਮਾਤਮਾ ਦੀ ਉਸਤਤ ਕਰੀ, ਸੱਚਾ ਵਿਹਾਰ ਕਰੀ ਉਸ ਪਰਮਾਤਮਾ ਦੇ ਨਾਲ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਸਤਿਗੁਰੂ ਜੀ ਕਹਿੰਦੇ, ਰਸਨਾ ਦੇ ਦੁਆਰਾ ਨਾ ਪਰਮਾਤਮਾ ਦੇ ਗੁਣਾਂ ਨੂੰ ਗਾ ਗਾ ਕੇ
ਸਤਿਗੁਰੂ ਜੀ ਕਹਿੰਦੇ ਨੇ ਨਾਮ ਦਾ ਧਨ ਇਕੱਠਾ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਸਦਾ ਵਾਸਤੇ ਜੀ ਆਪਣੇ ਨੂੰ, ਆਪਣੀ ਆਤਮਾ ਨੂੰ ਸੁਖਾਲਾ ਕਰ ਲਵੇਂਗਾ। ਸਦਾ ਸੁਹੇਲਾ ਕਰ ਲੈ ਜੀਓ। ਨੈਣੋਂ ਪੇਖ ਠਾਕਰ ਕੇ ਰੰਗ, ਠਾਕਰ ਦਾ ਅਰਥ ਹੈ ਮਾਲਕ, ਪ੍ਰਮਾਤਮਾ, ਵਾਹਿਗੁਰੂ। ਸਾਧ ਸੰਗ ਬਿਨਸੇ ਸਭ ਸੰਗ। ਸਤਿਗੁਰੂ ਜੀ ਕਹਿੰਦੇ ਭਾਈ ਉਸ ਪਰਮਾਤਮਾ ਦਾ ਨਾਮ ਜਪ, ਗੁਰੂ ਦੀ ਸਤ ਸੰਗਤ ਕਰ। ਤੇ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਦੇ ਗੁਣਾਂ ਨੂੰ ਜਦੋਂ ਗਾਏਗਾ ਨਾ, ਗੁਰੂ ਦੀ ਸਤ ਸੰਗਤ ਦੇ ਵਿੱਚ ਬੈਠ ਕਰਕੇ, ਤੇ ਸਤਿਗੁਰੂ ਜੀ ਕਹਿੰਦੇ ਤੇਰਾ ਗਾਵਿਆ ਸੁਣਿਆ ਜਿਹੜਾ ਮਨ ਚਿੱਤ ਕਰਕੇ ਹੋਵੇਗਾ ਨਾ, ਉਹ ਵਾਹਿਗੁਰੂ, ਉਹ ਪਰਮਾਤਮਾ ਤੇਰਾ ਥਾਂ ਪਾ ਲਵੇਗਾ, ਜਮ੍ਹਾਂ ਕਰ ਲੇਗਾ ਆਪਣੇ ਖਜ਼ਾਨੇ 'ਚ। ਅੰਤ ਵੇਲੇ ਜਦੋਂ ਦੁਨੀਆ 'ਚੋਂ ਜਾਵੇਂਗਾ, ਉਹ ਨਾਮ ਦਾ ਖਜ਼ਾਨਾ ਤੇਰੇ ਨਾਲ ਜਾਵੇਗਾ, ਉਹ ਨਾਲ ਜਾਵੇਗਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਇਹ ਮਨੁੱਖ ਪਰਮਾਤਮਾ ਦੀ ਬੰਦਗੀ ਕਰ, ਮਨ ਚਿੱਤ ਲਾ ਕੇ, ਔਰ ਉਹੀ ਤੇਰੇ ਨਾਲ ਜਾਵੇਗੀ, ਤੇਰੇ ਅੰਗ ਸੰਗ ਸਹਾਈ ਹੋਏਗੀ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਲੋਕ ਔਰ ਪਰਲੋਕ ਦੇ ਜੇ ਤੂੰ ਸੁੱਖ ਪ੍ਰਾਪਤ ਕਰਨੇ ਚਾਹੁੰਦਾ ਹੈ ਨਾ, ਤੇ ਫਿਰ ਪਰਮਾਤਮਾ ਦੀ ਉਸਤਤ ਕਰ, ਉਸ ਵਾਹਿਗੁਰੂ ਜੀ ਦੀ ਬੰਦਗੀ ਕਰ, ਉਹਨੂੰ ਚੇਤੇ ਦੇ ਵਿੱਚ ਰੱਖ, ਉਹਨੂੰ ਉਹਦੇ ਗੁਣਾਂ ਨੂੰ ਗਾ। ਇਸ ਕਰਕੇ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਵੀ ਐਸੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੋ ਲੜੀਵਾਰ ਤਹਿਤ ਆਓ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਨਾਲ ਜੁੜਨ ਤੋਂ ਪਹਿਲਾਂ ਕਰੀਏ ਰਸਨਾ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ। ਆਪੇ ਸੁਰ ਨਰ ਗਣ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ, ਆਪੇ ਸ਼ਿਵ ਸ਼ੰਕਰ ਮਹੇਸਾ, ਆਪੇ ਗੁਰਮੁਖ ਅਕਾਥ ਕਹਾਣੀ, ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੇ ਬੇਬਾਣੀ, ਆਪੇ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸੁਜਾਣੀ, ਆਪੇ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ, ਆਪਣਾ ਝੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਉਸ ਪਰਮਾਤਮਾ ਦੀ, ਉਸ ਵਾਹਿਗੁਰੂ ਜੀ ਦੀ ਉਸਤਤ ਕਰਨ ਦੀ ਜਾਚ ਸਾਨੂੰ ਸਿਖਾ ਰਹੇ ਨੇ ਕਿ ਉਸ ਮਾਲਕ ਦੇ ਹੁਕਮ ਦੇ ਅੰਦਰ ਸਾਰਾ ਸੰਸਾਰ ਜਿਹੜਾ ਹੈ ਉਹ ਚੱਲ ਰਿਹਾ ਹੈ, ਔਰ ਸਾਰਾ ਸੰਸਾਰ ਬਣਾਇਆ ਵੀ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਆਪ ਹੈ। ਕਰੋੜਾਂ ਹੀ ਖੰਡ ਬ੍ਰਹਿਮੰਡ ਪਰਮਾਤਮਾ ਨੇ ਸਾਜ ਰੱਖੇ ਨੇ, ਲੱਖਾਂ ਹੀ ਪਤਾਲ, ਲੱਖਾਂ ਹੀ ਆਕਾਸ਼ ਉਸ ਪਰਮਾਤਮਾ ਨੇ ਬਣਾ ਦਿੱਤੇ ਨੇ। ਔਰ ਸਾਰਿਆਂ ਦੇ ਵਿੱਚ ਜਿਵੇਂ ਇਹ ਧਰਤੀ ਦੇ ਉੱਤੇ ਜੀਵ ਜੰਤੂ ਨੇ,
ਇਸੇ ਤਰ੍ਹਾਂ ਉਹਨਾਂ ਖੰਡਾਂ ਬ੍ਰਹਿਮੰਡਾਂ ਦੇ ਅੰਦਰ, ਆਕਾਸ਼ਾਂ ਪਤਾਲਾਂ ਦੇ ਅੰਦਰ ਪਰਮਾਤਮਾ ਨੇ ਜੀਵ ਪੈਦਾ ਕਰ ਰੱਖੇ ਨੇ। ਕਿੱਡਾ ਵੱਡਾ ਉਹਦਾ ਪਾਸਾਰਾ ਹੈ, ਕੋਈ ਜਾਣ ਨਹੀਂ ਸਕਦਾ ਮੁਕੰਮਲ ਤੌਰ ਤੇ, ਪਰ ਉਹਦੀ ਉਸਤਤ ਤਾਂ ਆਪਾਂ ਕਰ ਸਕਦੇ ਹਾਂ ਨਾ, ਕਿਉਂਕਿ ਉਹ ਗੁਣ ਬੇਅੰਤ ਨੇ ਉਹਦੇ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕੁਛ ਦੀਜੈ। ਪਰਣਵਤ ਨਾਨਕ ਸੁਣ ਮੇਰੀ ਸਾਹਿਬਾ, ਡੁੱਬਦਾ ਪੱਥਰ ਲੀਜੈ। ਇਉਂ ਤਾਂ ਬੇਨਤੀ ਕਰ ਹੀ ਨਾ ਸਕਨੇ ਆ ਨਾ, ਐ ਮੇਰੇ ਮਾਲਕ ਤੇਰੇ ਗੁਣ ਤਾਂ ਬੇਅੰਤ ਨੇ, ਪਰ ਅਸੀਂ ਮੂਰਖ ਹਾਂ, ਬੇਸਮਝ ਹਾਂ, ਤੇਰੇ ਇੱਕ ਵੀ ਗੁਣ ਨੂੰ ਨਹੀਂ ਜਾਣ ਸਕਦੇ। ਐ ਮੇਰੇ ਵਾਹਿਗੁਰੂ ਤੂੰ ਬੇਅੰਤ ਹੈ, ਤੇਰਾ ਆਦ ਅੰਤ ਕੋਈ ਨਹੀਂ ਹੈ। ਔਰ ਸਤਿਗੁਰਾਂ ਨੇ ਇਸ ਸ਼ਬਦ ਦੇ ਅੰਦਰ ਕੁਛ ਕੁ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਆਪੇ ਸੁਰ ਨਰ ਗਣ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ। ਪਰਮਾਤਮਾ ਦਾ ਸਭ ਕੁਝ ਬਣਾਇਆ ਹੋਇਆ। ਸੁਰ, ਸੁਰ ਦਾ ਅਰਥ ਹੁੰਦਾ ਦੇਵਤੇ। ਦੇਵਤੇ ਕਿਹਨੇ ਬਣਾਏ ਨੇ? ਨਿਰੰਕਾਰ ਨੇ ਆਪ ਬਣਾਏ। ਨਰ, ਨਰ ਦਾ ਅਰਥ ਹੁੰਦਾ ਮਨੁੱਖ। ਮਨੁੱਖ ਨੂੰ ਕਿਹਨੇ ਬਣਾਇਆ ਹੈ? ਉਸ ਪਰਮਾਤਮਾ ਨੇ, ਵਾਹਿਗੁਰੂ ਨੇ। ਗਣ ਗੰਧਰਵਾ, ਜਿਹੜੇ ਦੇਵਤਿਆਂ ਦੇ ਰਾਗੀ ਮੰਨੇ ਜਾਂਦੇ ਨੇ, ਗਣ ਗੰਧਰਵਾ, ਉਹਨਾਂ ਨੂੰ ਵੀ ਪਰਮਾਤਮਾ ਬਣਾਉਣ ਵਾਲਾ ਹੈ। ਤੇ ਸਤਿਗੁਰੂ ਜੀ ਕਹਿੰਦੇ ਆਪੇ ਖਟ ਦਰਸ਼ਨ ਕੀ ਬਾਣੀ। ਖਟ ਦਾ ਅਰਥ ਹੁੰਦਾ 6, ਗਿਣਤੀ ਹੈ। ਦਰਸ਼ਨ ਦਾ ਅਰਥ ਹੁੰਦਾ ਗ੍ਰੰਥ। ਉਹਨਾਂ ਗ੍ਰੰਥਾਂ ਨੂੰ ਵੀ ਬਣਾਉਣ ਵਾਲਾ ਉਹ ਪਰਮਾਤਮਾ ਹੀ ਹੈ। ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਥਾਂ ਦੇ ਉੱਤੇ, ਹਰ ਥਾਂ ਦੇ ਉੱਤੇ ਉਹ ਪਰਮਾਤਮਾ ਵਰਸਦਾ ਪਿਆ। ਫੇਰ ਦੁਹਰਾ ਲਈਏ, ਸਤਿਗੁਰੂ ਜੀ ਕਹਿੰਦੇ ਆਪੇ ਹੀ ਪਰਮਾਤਮਾ ਦੇਵਤਿਆਂ ਨੂੰ ਬਣਾਉਣ ਵਾਲਾ ਹੈ। ਸੁਰ ਨਰ, ਨਰ ਦਾ ਅਰਥ ਮਨੁੱਖ, ਮਨੁੱਖਾਂ ਨੂੰ ਵੀ ਉਹ ਆਪ ਬਣਾਉਣ ਵਾਲਾ ਹੈ। ਗਣ ਗੰਧਰਵਾ, ਦੇਵਤਿਆਂ ਦੇ ਜਿਹੜੇ ਰਾਗੀ ਨੇ, ਰਾਗ ਗਾਉਣ ਵਾਲੇ, ਉਹਨਾਂ ਨੂੰ ਵੀ ਪ੍ਰਮਾਤਮਾ ਨੇ ਬਣਾਇਆ। ਆਪੇ ਖਾਟ ਦਰਸ਼ਨ ਕੀ ਬਾਣੀ, 6 ਗ੍ਰੰਥਾਂ ਦੀ ਜਿਹੜੀ ਬਾਣੀ ਹੈ, ਉਹਨਾਂ ਨੂੰ ਵੀ ਬਣਾਉਣ ਵਾਲਾ ਉਹ ਪ੍ਰਮਾਤਮਾ ਆਪ ਹੀ ਹੈ, ਤੇ ਆਪ ਹੀ ਉਹਨਾਂ 'ਚ ਵਰਤਦਾ ਪਿਆ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ। ਆਪੇ ਹੀ ਉਹ ਸ਼ਿਵ ਜੀ ਨੂੰ ਬਣਾਉਣ ਵਾਲਾ ਵੀ ਉਹ ਆਪ ਹੀ ਹੈ। ਸ਼ੰਕਰ, ਮਹੇਸ਼ਾ, ਇਹ ਤਿੰਨੇ ਨਾਂ ਸ਼ਿਵ ਜੀ ਦੇ ਮੰਨੇ ਜਾਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਬਣਾਉਣ ਵਾਲਾ ਕੌਣ ਹੈ? ਆਪੇ। ਆਪੇ ਦਾ ਅਰਥ ਹੈ ਪ੍ਰਮਾਤਮਾ, ਆਪ ਹੀ ਉਹ ਅਕਾਲ ਪੁਰਖ। ਗੁਰਮੁਖ ਅਕਥ ਕਹਾਣੀ, ਸਤਿਗੁਰੂ ਜੀ ਕਹਿੰਦੇ ਜਿਹੜੇ ਫਿਰ ਗੁਰਮੁਖ ਨੇ ਨਾ, ਉਸ ਪਰਮਾਤਮਾ ਦੀ ਅਕਥ, ਜਿਹੜੀ ਕਦੇ ਵੀ ਨਾਮ ਸੰਪੂਰਨ ਤੌਰ ਤੇ ਬਿਆਨ ਕਰਨ ਵਾਲੀ ਨਹੀਂ ਹੈ, ਕਦੇ ਵੀ ਸੰਪੂਰਨ ਹੋਣ ਵਾਲੀ ਕਹਾਣੀ ਉਹਦੀ ਨਹੀਂ ਹੈ। ਆਮ ਕਹਾਣੀਆਂ ਦੁਨੀਆ ਦੇ ਅੰਦਰ, ਕੋਈ ਵੀ ਕਹਾਣੀ ਸ਼ੁਰੂ ਹੁੰਦੀ ਹੈ, ਅਖੀਰ ਉਹਦਾ ਅੰਤ ਵੀ ਹੋ ਜਾਂਦਾ, ਪਰ ਉਹ ਪਰਮਾਤਮਾ ਦੀ ਜਿਹੜੀ ਕਹਾਣੀ ਹੈ ਉਹ ਅਕਥ ਹੈ, ਬਿਆਨ ਕਰਨ ਤੋਂ ਬਾਹਰ ਹੈ। ਉਹ ਨਾ ਕਦੇ ਸ਼ੁਰੂ ਹੋਈ ਹੈ, ਨਾ ਕਦੇ ਖਤਮ ਹੋਣੀ ਹੈ, ਅਟਲ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਫਿਰ ਉਸ ਪਰਮਾਤਮਾ ਦੀਆਂ ਅਕਥ ਕਹਾਣੀਆਂ ਨੂੰ ਗਾਉਣ ਦਾ ਯਤਨ ਕਰਦੇ ਨੇ, ਉਸ ਮਾਲਕ ਦੇ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦਾ ਯਤਨ ਕਰਦੇ ਨੇ, ਕਿਉਂਕਿ ਉਸ ਪਰਮਾਤਮਾ ਨੇ ਸਾਰੀ ਕਾਇਨਾਤ ਬਣਾਈ ਹੈ, ਸਾਰਾ ਸੰਸਾਰ ਬਣਾਇਆ ਵੀ ਆਪ ਹੈ, ਰਮਿਆ ਹੋਇਆ ਵੀ ਆਪ ਹੈ। ਕਣ ਕਣ ਦੇ ਵਿੱਚ ਉਹ ਆਪ ਵਸਦਾ ਪਿਆ। ਘਾਟ ਘਾਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਸੰਤਨ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਉਹ ਇਹ ਗੱਲ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਭਾਈ ਜਰੇ ਜਰੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ। ਆਪਾਂ ਕਹਿ ਦੇਵਾਂਗੇ ਕਿ ਇਹ ਖਾਲੀ ਥਾਂ ਹੈ, ਸਪੇਸ ਹੈ, ਹਵਾ ਦੇ ਵਿੱਚ, ਇੱਥੇ ਪ੍ਰਮਾਤਮਾ ਤਾਂ ਹੋਣਾ ਨਹੀਂ, ਪਰ ਕਿਤੇ ਉਹ
ਸੂਖਮ ਰੂਪ ਦੇ ਵਿੱਚ ਹੈ, ਕਿਤੇ ਉਹ ਅਸਥੂਲ ਰੂਪ ਦੇ ਵਿੱਚ ਹੈ। ਹਰ ਥਾਂ ਦੇ ਉੱਤੇ ਪ੍ਰਮਾਤਮਾ ਵਸਦਾ ਪਿਆ। ਜਿਨ੍ਹਾਂ ਨੇ ਮਹਿਸੂਸ ਕੀਤਾ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵੇਖਿਆ, ਉਹਨਾਂ ਨੇ ਫਿਰ ਕਹਿ ਦਿੱਤਾ, ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਏ। ਭਗਤ ਰਵਿਦਾਸ ਜੀ ਕਹਿੰਦੇ ਨੇ ਹੱਥ ਤੋਂ ਵੀ ਪ੍ਰਮਾਤਮਾ ਨੇੜੇ ਹੈ। ਤੇ ਕਈ ਵਾਰ ਵਿਚਾਰ ਕੇ ਸੋਚੀਦਾ ਵੀ ਕਿਉਂ ਕਿਹਾ ਭਗਤ ਰਵਿਦਾਸ ਜੀ ਨੇ ਇੰਝ ਵੀ ਉਹ ਤਾਂ ਹੱਥ ਤੋਂ ਵੀ ਪ੍ਰਮਾਤਮਾ ਨੇੜੇ ਹੈ, ਸਾਨੂੰ ਤਾਂ ਦਿਸਦਾ ਕੋਈ ਨਹੀਂ। ਫਿਰ ਸੋਚ ਕੇ ਵਿਚਾਰ ਕੇ ਇਸ ਨਤੀਜੇ ਤੇ ਮਨੁੱਖ ਪਹੁੰਚਦਾ ਹੈ ਕਿ ਜਦੋਂ ਆਪਾਂ ਸਾਹ ਲੈਂਦੇ ਹਾਂ, ਆਕਸੀਜਨ ਗੈਸ ਜਿਹੜੀ ਹੈ ਹਵਾ ਦੇ ਵਿੱਚ ਪ੍ਰਮਾਤਮਾ ਨੇ ਪਾਈ ਹੋਈ ਹੈ, ਉਸ ਮਾਲਕ ਨੇ। ਆਪਾਂ ਸਾਹ ਲੈਂਦੇ ਹਾਂ, ਔਰ ਅਗਰ ਜੇ ਪ੍ਰਮਾਤਮਾ ਦਾ ਰੂਪ ਹੀ ਹੈ ਉਹ ਸਵਾਸ ਜਿਹੜੇ ਆਪਾਂ ਲੈ ਰਹੇ ਹਾਂ ਆਕਸੀਜਨ, ਉਹ ਪ੍ਰਮਾਤਮਾ ਦਾ ਹੀ ਰੂਪ ਹੈ, ਤਾਂ ਹੀ ਅਸੀਂ ਜਿਉ ਰਹੇ ਹਾਂ ਨਾ। ਇਸ ਕਰਕੇ ਉਹਨਾਂ ਨੇ ਕਿਹਾ ਭਾਈ ਹੱਥ ਤੋਂ ਵੀ ਪ੍ਰਮਾਤਮਾ ਨੇੜੇ ਹੈ, ਤਾਂ ਹੀ ਸਾਨੂੰ ਉਹ ਜਿੰਦਾ ਰੱਖ ਰਿਹਾ ਹੈ ਨਾ ਪ੍ਰਮਾਤਮਾ। ਇਸ ਕਰਕੇ ਉਸ ਮਾਲਕ ਦੇ ਸਦਾ ਹੀ ਗੁਣ ਗਾਉਂਦੇ ਰਹਿਣਾ ਚਾਹੀਦਾ, ਉਹਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਜਿਨ੍ਹੇ ਬੇਅੰਤ ਬੇਅੰਤ ਵਸਤੂਆਂ ਸਾਨੂੰ ਦਿੱਤੀਆਂ ਹੋਈਆਂ ਨੇ ਸਾਡਾ ਜੀਵਨ ਜਿਉਣ ਵਾਸਤੇ। ਕਦੇ ਮੁੱਲ ਤਾਰਿਆ ਹੈ ਉਹਦੇ ਦਿੱਤੇ ਹੋਏ ਆ ਦਾਤਾਂ ਦਾ? ਕਦੇ ਉਹਨੇ ਮੰਗਿਆ ਸਾਡੇ ਕੋਲੋਂ ਵੀ ਤੂੰ ਇੰਨੇ ਸਵਾਸ ਲੈਣਾ ਤੇ ਮੈਨੂੰ ਤਾਂ ਕੁਛ ਦਿੰਦਾ ਨਹੀਂ ਹੋ? ਐਸਾ ਨਹੀਂ ਹੈ, ਉਹ ਬੜਾ ਬੇਅੰਤ ਹੈ ਪ੍ਰਮਾਤਮਾ ਵਾਹਿਗੁਰੂ। ਇੱਕ ਵਾਰ ਐਸਾ ਹੋਇਆ, ਕਿਸੇ ਮਨੁੱਖ ਦਾ ਐਕਸੀਡੈਂਟ ਹੋ ਗਿਆ, ਸੜਕ ਦੇ ਕਿਨਾਰੇ ਪਿਆ ਹੋਇਆ ਸੀ ਤੇ ਕਿਸੇ ਨੇ ਤਰਸ ਕਰਕੇ ਨਾ ਉਹਨੂੰ ਹਸਪੀਟਲ ਦਾਖਲ ਕਰਾ ਦਿੱਤਾ। ਦਾਖਲ ਕਰਾ ਦਿੱਤਾ ਵੀ ਚੱਲ ਮਨੁੱਖ ਹੀ ਮਨੁੱਖ ਦੇ ਕੰਮ ਆਉਂਦਾ ਹੈ। ਤੇ ਜਦੋਂ ਹਸਪਤਾਲ ਦਾਖਲ ਕਰਾ ਦਿੱਤਾ, 3 ਦਿਨਾਂ ਬਾਅਦ ਉਹਨੂੰ ਹੋਸ਼ ਆਈ। 3 ਦਿਨਾਂ ਬਾਅਦ ਜਦੋਂ ਹੋਸ਼ ਆਈ, ਫਿਰ ਉਹਨੇ ਆਪਣੇ ਘਰ ਦੇ ਵਿੱਚ ਫੋਨ ਕੀਤਾ, ਉਹਦਾ ਪਰਿਵਾਰ ਆਇਆ ਤੇ ਡਾਕਟਰ ਦਾ ਸ਼ੁਕਰਾਨਾ ਕਰਨ ਲੱਗੇ। ਤੇ ਡਾਕਟਰ ਨੇ ਜਦੋਂ ਬਿੱਲ ਬਣਾਇਆ ਨਾ ਦਵਾਈਆਂ ਦਾ, ਤੇ ਬਿੱਲ ਬਣ ਗਿਆ ਦਵਾਈਆਂ ਦਾ, ਬੈੱਡ ਦਾ, ਤਕਰੀਬਨ ਕੋਈ 50,000 ਬਿੱਲ ਇਹ ਬਣ ਗਿਆ। ਤੇ 40-50 ਹਜ਼ਾਰ ਜਿਹੜਾ ਸੀ ਉਹ ਹੋਰ ਬਣ ਗਿਆ। ਉਹ ਕਹਿੰਦੇ ਇਹ ਕਾਹਦਾ ਹੈ? ਕਹਿੰਦੇ ਆਕਸੀਜਨ ਜਿਹੜੀ ਲਾਈ ਹੈ ਨਾ ਇਹਨੂੰ ਸਾਹ ਬੜੇ ਔਖੇ ਆਉਂਦੇ ਸੀ, ਇਸ ਕਰਕੇ ਇਹਨੂੰ ਆਕਸੀਜਨ ਲਾਉਣੀ ਪੈ ਗਈ। ਆ 50,000 40-50 ਹਜ਼ਾਰ ਉਹਦਾ ਬਣ ਗਿਆ। ਇਹ ਇੰਨੇ ਪੈਸੇ ਉਹਦੇ ਬਣ ਗਏ ਨੇ। ਜਿਹੜਾ ਮਰੀਜ਼ ਸੀ ਫੁੱਟ ਫੁੱਟ ਕੇ ਰੋਇਆ, ਕਹਿਣ ਲੱਗਾ ਕਮਾਲ ਹੋ ਗਈ ਹੈ, 3 ਦਿਨਾਂ ਦੇ ਵਿੱਚ ਆਕਸੀਜਨ ਦੇ ਇੰਨੇ ਪੈਸੇ ਬਣ ਗਏ, ਇੰਨਾ ਖਰਚਾ ਬਣ ਗਿਆ। ਉਹ ਕਹਿੰਦੇ ਕੀ ਹੋਇਆ ਜੇ ਪੈਸੇ ਤੁਹਾਡੇ ਕੋਲ ਨਹੀਂ? ਕਹਿੰਦਾ ਪੈਸੇ ਹੈ ਨੇ, ਪਰ ਮਨ ਦੇ ਵਿੱਚ ਵਿਚਾਰ ਇਹ ਆਈ ਹੈ ਕਿ ਜਿਸ ਪਰਮਾਤਮਾ ਨੇ ਸਾਡੇ ਕੋਲ ਕਦੇ ਵੀ ਪੈਸਾ ਨਹੀਂ ਮੰਗਿਆ, ਹਰ ਵੇਲੇ ਸਾਨੂੰ ਆਕਸੀਜਨ ਦਿੰਦਾ ਪਿਆ ਹੈ। 70-80 ਵਰ੍ਹੇ ਹੋ ਗਏ ਨੇ ਮੈਨੂੰ ਸਵਾਸ ਦੇ ਰਿਹਾ ਹੈ, ਆਕਸੀਜਨ ਦੇ ਰਿਹਾ ਹੈ, ਉਹਦਾ ਤਾਂ ਕਦੇ ਬੈਠ ਕੇ ਝੱਟ ਅਸੀਂ ਸ਼ੁਕਰਾਨਾ ਵੀ ਨਹੀਂ ਕੀਤਾ। ਤੇ ਆ 3 ਦਿਨਾਂ ਦੇ ਵਿੱਚ ਇੰਨੀ ਆਕਸੀਜਨ ਲੱਗ ਗਈ ਹੈ। ਸੋ ਕਹਿਣ ਦਾ ਭਾਵ ਹੈ ਉਸ ਪਰਮਾਤਮਾ ਦਾ ਜ਼ਿਆਦਾ ਉਹਨੂੰ ਆਪਾਂ ਦੇ ਕੁਛ ਨਹੀਂ ਸਕਦੇ। ਉਹ ਦਾਤਾ ਹੈ, ਦਾਤੇ ਨੂੰ ਇੱਕ ਮੰਗਤਾ ਕੀ ਦੇ ਸਕਦਾ? ਆਪਾਂ ਤਾਂ ਮੰਗਤੇ ਹੀ ਆ ਨਾ, ਪਰ ਉਹਦਾ ਸ਼ੁਕਰਾਨਾ ਤਾਂ ਕਰ ਹੀ ਸਕਦੇ ਆ ਨਾ, ਉਹਦਾ ਧੰਨਵਾਦ ਤਾਂ ਕਰ ਹੀ ਸਕਦੇ ਆ। ਜਿਵੇਂ ਹੁਣ ਆਪਾਂ ਸੰਗਤ 'ਚ ਬੈਠੇ ਆ, ਉਹਦੇ ਗੁਣ ਗਾ ਰਹੇ ਆ, ਕੁਛ ਨਾ ਕੁਛ ਤਿਲ ਮਾਤਰ ਤਾਂ ਉਹਦੇ ਘਰ ਦੇ ਵਿੱਚ ਸਾਡਾ ਜਮ੍ਹਾਂ ਹੁੰਦਾ ਹੀ ਹੋਏਗਾ ਨਾ। ਉਹਦੀ ਆਪਾਂ ਉਸਤਤ ਕਰ ਰਹੇ ਆ, ਸੁਣ ਰਹੇ ਆ। ਇਸ ਕਰਕੇ ਉਹਦਾ ਧੰਨਵਾਦ ਕਰੀਏ, ਉਸ ਪਰਮਾਤਮਾ ਦਾ ਸ਼ੁਕਰਾਨਾ ਸਵਾਸ ਨਾਲ ਕਰੀਏ। ਮੈਂ ਇੱਕ ਦਿਨ ਜ਼ਿਕਰ ਕਰ ਰਿਹਾ ਸੀ, ਸੁਣਿਆ ਭਾਈ ਵੀਰ ਸਿੰਘ ਜੀ ਸਿੱਖ ਕੌਮ ਦੇ ਬੜੇ ਵਿਦਵਾਨ ਹੋਏ ਨੇ, ਬੜੇ ਭਗਤੀ ਭਾਵ ਵਾਲੇ ਸੀ। ਉਹਨਾਂ ਨੇ ਆਪਣੀ ਕਿਤਾਬ ਦੇ ਅੰਦਰ ਲਿਖਿਆ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਜਿਹੜੇ ਮਨਮੁਖ ਬੰਦੇ ਨੇ ਉਹ ਵੀ ਰੋਂਦੇ ਨੇ, ਜਿਨ੍ਹਾਂ ਨੇ ਦੁਨੀਆ ਦੇ ਅੰਦਰ ਰਹਿ ਕੇ ਪਰਮਾਤਮਾ ਦੀ ਬੰਦਗੀ ਨਾ ਕੀਤੀ।
परमात्मा की दरगाह के अंदर जाके रोंदे ने। जीवन व्यर्थ गवा लिया तां रोंदे ने। और जिन्हां ने नाम जपिया हुंदा है वो कहंदे ने वो भी रोंदे ने। किसी ने पूछ लिया भी इहदा कारण की है, भी जिहड़ा नाम नहीं जपिया, जिन्हें सारा जीवन विकारां दे विच कर्मकांडां च गवा लिया, नशियां च गवा लिया, दुनियावी धंधियां दे विच ही दिन रात एक करके गवा लिया, उन्हां तां रोना ही होया परमात्मा की दरगाह 'च, क्योंकि खाली चले गए ना दुनिया दे विच, सवासां की पूंजी बेअर्थ गवा के चले गए। उन्हां तां रोना ही सी मालक की दरगाह विच, क्योंकि पल्ले ही कुछ न रह गया। बड़ी मुश्किल दे नाल बड़े लंबे समय तो बाद मनुखा जन्म मिलिया सी, बिल्कुल बेअर्थ गवा के दुनिया दे विचों कूच कर गए। उन्हां तां परमात्मा की दरगाह विच रोना ही सी, पर जिहड़े नाम जपण वाले ने वो परमात्मा की दरगाह विच जाके क्यों रोणगे? उन्हां लिखिया, कहंदे वो तां रोंदे ने भी असी इन्नी भगती कीती जिन्नी कीती है, मालक की दरगाह विच इन्नी कीमत ओहदी, इन्ना ज़्यादा मुੱਲ है मालक की दरगाह विच। सानू इन्नी किते समझ आ जांदी कि मालक की दरगाह दे विच नाम जपे दा इन्ना मुੱਲ पैंदा, ते असी एक भी सवास जिहड़ा सी उहनूं व्यर्थ नहीं सी जाण देना। इस करके उन्हां नूं भी पछतावा लगदा है, नाम जपण वालियां नूं भी समा जिहड़ा अजाई गया वो नहीं सी जाना चाहिए, मालक की उस्तत दे विच बतीत करना चाहिए सी। इउं करके उन्हां नूं भी थोड़ा बड़ा पछतावा लगदा है, पर उन्हां दा बेड़ा पार हो जांदा है। मनमुख जिहड़े ने वो जम्मण मरण दे गेड़ विच पै जांदे ने। गुरमुख लाहा लै गए मनमुख चले मूल गवाए जीओ। गुरमुख जिहड़े ने वो लाहा लै के संसार दे विचों जांदे ने मनुखे जन्म दा नाम जप जप के। मनमुख जिहड़े ने वो दुनियावी धंधियां दे विच ही दिन रात एक कीता, कर्म कांडां दे विच एक कीता, नशियां दे विच गलतान जिंदगी कर लई, अखीर नूं खाली मनुखा जन्म गवा के दुनिया दे विचों चले गए। तां ते सतगुरु जी सानू समझाउंदे ने, भाई उस मालक दी अकात कहानियां ने पर सानू गाउणियां चाहीदियां ने। गावांगे उहदे गुणां नूं, लोक परलोक दे पातशाह बना के वो रख दिंदा है। जिस नूं बख्शे सिफत सलाह नानक पातशाही पातशाह। सतगुरु जी कहंदे गुण गावो तो सही, किते बैठ के उस परमात्मा दे तुसीं भी पातशाह दे पातशाह बन जावोगे। ते सतगुरु जी गरीब नवाज बख्शिश करदे हन, आपे जोगी आपे भोगी, आपे सन्यासी फिरे बिबाणी, आपे नाल गोष्ठ आप उपदेशै, आपे सुगड़ स्वरूप सियाणी। सतगुरु जी कहते आपे ही प्रभु परमात्मा जोगियां नूं पैदा करने वाला भी वो आप है, आपे भोगी ते आपे गृहस्थ दे विच मायक पदार्थां नूं भोग रहा है। सारियां नूं बनाउण वाला भी आप है, सारियां च वसिया होया भी आप है। आपे सन्यासी फिरे बिबाणी। बिबाणी का अर्थ हुंदा है उजाड़ां दे विच सन्यासी बन के परमात्मा वो आप ही उन्हां नूं बनाउण वाला है, आप ही उन्हां दे अंदर वसिया होया है, आप ही वो जंगलां दे विच भी वो आप ही फिर रहा है। बिबाणी बबाणा दे विच आप ही फिर रहा है। आपे नाल गोष्ठ। गोष्ठ का अर्थ हुंदा ज्ञान की चर्चा करनी। सतगुरु जी कहते आपे ही अपने नाल वो ज्ञान की गोष्ठ कर रहा है, गुरमत विचारां कर रहा है, आप उपदेश है, आप ही उपदेश कर रहा है। हुण आपां सुन रहे हैं, कोई बोल रहा है, कौन बोल रहा है? अपने अंदर वो परमात्मा ही बोल रहा है। जिहड़े दिन निकल गया कुछ भी नहीं बोलिया जाना। सुन रहे हैं, सुनदा कौन पिया है? परमात्मा ही सुनदा पिया है। जिहड़े दिन वो निकल जावे कोई कुछ भी फिर सुनदा नहीं, कुछ नहीं सुनदा। जिन्ना मर्जी ਉਹਦੇ लागे ढोल बजाई जो, जिन्ना मर्जी रौला पई जावे वो कोई सुनेगा? कुछ भी नहीं सुनेगा। क्यों? क्योंकि ਉਹਦੇ अंदरों परमात्मा वसदा सी, वो निकल गया। इस करके सतगुरु जी कहते भाई आपे ही वो उपदेश करने वाला है,
आप ही वो ज्ञान गोष्ठ करने वाला है, आप ही वो सुनने वाला है। आपे सुगड़ स्वरूप सियाणी, सुगड़ का अर्थ हुंदा है बुद्धिमान। बुद्धिमान अकल वाला भी वो आप ही है, स्वरूप सोहना भी है, सियाणी सियाणा भी वो आप है, प्रभु परमात्मा वाहिगुरू। सब कुछ आप ही आप है ना। अपना चोज कर वेखै आपे, आपे सबना जियां का है जानी। सतगुरु जी कहते सारे संसार के अंदर जिन्ने रंग चोज तमाशे हो रहे ने सारे परमात्मा कर रहा। केड़े? भै विच अगन वहै सदवाओ, भै विच चलै लख दरियाओ, भै विच पवन वहै सदवाओ, भै विच चलै लख दरियाओ, भै विच अगन कड्डे बेगार, भै विच धरती दब्बी भार। आ सारा चोज तमाशा किहदा हो रहा है? परमात्मा दा कीता हो रहा है। सूरज चढ़ रहा है, चंद्रमा चढ़ रहा है, सितारे आकाश दे विच लगे हुए ने, टिमटिमाउंदे ने, धरती चल रही है, किन्ने खंड ब्रह्मंड चल रहे ने, और किवें हवा चल रही है, किड्डे किड्डे समुंदर, वड्डियां वड्डियां ताकतां वो परमात्मा दे हुक्म दे विच चल रही ने। ये चोज तमाशे कौन कर रहा है? वो परमात्मा आप ही कर रहा है। इस करके सतगुरु जी कहते अपना चोज कर वेखै आपे, आपे अपने चोज करके आप ही इहदे विच सारी सृष्टि दे विच रमिया होया अपने तमाशियां नूं आप ही वेख रहा है। आपे सबना जियां का है जानी, सब जीव जंतुआं दे दिलां दियां जानन वाला वो प्रभु परमात्मा आप ही है। सारियां नूं पैदा करन वाला भी आप है, सारियां विच वसिया होया भी आप है, और सारियां दा अंत करन वाला भी आप है, सारियां दी परवरिश करन वाला भी वो परमात्मा आप ही है। और सारियां दे अंदर वसदा होया सारे जीव जंतुआं दे दिलां दियां जानन वाला भी परमात्मा वो आप है। इस करके सतगुरु बख्शिश करते ने अपना चोज कर वेखै आपे, आपे सबना जियां का है जानी। अपने चोज रंग तमाशे करके भी आप वेख रहा है, और आप ही सारे जीव जंतुआं च रमिया होया है, आप ही सारे दिलां दियां जानन वाला है। घट घट के अंतर की जानत, भले बुरे की पीर पछाणत। ऐसा प्रभु परमात्मा जरे जरे च रमिया होया है। ਉਹਦੇ गुणां नूं गा के आपां आनंद लै रहे हैं, और ਉਹਦੇ गुणां नूं गा के आपां अपने नाम दे खजाने दे विच नाम जिहड़ा है वो जमा कर रहे हैं। सतगुरु जी बख्शिश करन साडा गाविया सुनिया जिहड़ा है वो थाएं पा लैन। इउं अज दे पावन पवित्र शब्द दी विचार नाल आपां जुड़ना कीता जी। बेअंत होईयां भुल्लां सतगुरु बख्श लैणगे, समत बख्शण। इसे तरह गुरबाणी नाल जुड़ के अपना जन्म मनुखा जन्म जिहड़ा उहनूं सफला कर लेना। फतेह बुलाइए जी। वाहिगुरू जी का खालसा।